ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਤੁਹਾਡਾ ਆਪਣਾ ਭਰਾ ਵਿਕਰਮ ਅੱਜ ਫੇਰ ਇੱਕ ਛੋਟਾ ਜਿਹਾ ਬਚਨ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਇਆ। ਸੋ ਅੱਜ ਆਪਾਂ ਗੱਲ ਕਰਾਂਗੇ ਪ੍ਰਭੂ ਯਿਸੂ ਮਸੀਹ ਦੀ, ਜੋ ਉਸਨੇ ਕਰੂਸ ਦੇ ਉੱਤੇ ਕੁਰਬਾਨੀ ਦਿੱਤੀ ਆ, ਉਸ ਕੁਰਬਾਨੀ ਬਾਰੇ ਕਿ ਕਿਉਂ ਪ੍ਰਭੂ ਯਿਸੂ ਮਸੀਹ ਨੂੰ ਉਸ ਕਰੂਸ ਦੀ ਤਾੜਨਾ ਨੂੰ ਝੱਲਣਾ ਪਿਆ, ਕਿ ਪਰਮੇਸ਼ਵਰ ਨੇ ਅਜਿਹਾ ਕਿਉਂ ਕੀਤਾ ਕਿ ਇੱਕ ਪਵਿੱਤਰ ਪੁਰਸ਼ ਜੋ ਪਰਮੇਸ਼ਵਰ ਦੀ ਆਰਾਧਨਾ ਦੇ ਵਿੱਚ ਜੁਟਿਆ ਰਹਿੰਦਾ ਸੀ, ਕਿਉਂ ਉਸ ਦੇ ਨਾਲ ਉਹਨੇ ਅਜਿਹਾ ਕੀਤਾ। ਸੋ ਆਪਾਂ ਬਾਈਬਲ ਦੇ ਵਿੱਚ ਦੇਖ ਰਹੇ ਹਾਂ ਪ੍ਰਭੂ ਯਿਸੂ ਮਸੀਹ ਬਾਰੇ ਬਾਈਬਲ ਕੀ ਕਹਿੰਦੀ ਆ। ਉਹਦੇ ਵਾਸਤੇ ਆਪਾਂ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕੱਢਦੇ ਹਾਂ ਚੈਪਟਰ ਇਬਰਾਨੀਆਂ ਦੀ ਬੁੱਕ 10ਵਾਂ ਅਧਿਆਇ 4, 5, 6 ਤੇ ਆਪਾਂ ਇਹ ਪੜ੍ਹਦੇ ਹਾਂ। ਲਿਖਿਆ ਹੋਇਆ ਹੈ, ਕਿਉਂ ਜੋ ਅਣਹੋਣਾ ਹੈ ਕਿ ਭੇਡਾਂ ਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ। ਕਿਉਂ ਜੋ ਅਣਹੋਣਾ ਹੈ ਭੇਡਾਂ ਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ। ਅੱਗੇ ਕੀ ਲਿਖਿਆ ਗਿਆ, ਇਸ ਲਈ ਉਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ, ਬਲੀਦਾਨ ਅਤੇ ਭੇਟਾਂ ਨੂੰ ਤੂੰ ਨਹੀਂ ਚਾਹਿਆ, ਪਰ ਮੇਰੇ ਲਈ ਦੇਹ ਤਿਆਰ ਕੀਤੀ। ਕੌਣ? ਮਤਲਬ ਪ੍ਰਭੂ ਯਿਸੂ ਮਸੀਹ ਖੁਦ ਜਦੋਂ ਸੰਸਾਰ ਦੇ ਵਿੱਚ ਆਉਂਦਾ ਆ ਤਾਂ ਉਹ ਕਹਿੰਦਾ ਕਿ ਬਲੀਦਾਨ ਅਤੇ ਭੇਟਾਂ ਤੋਂ, ਮਤਲਬ ਜੋ ਭੇਡਾਂ ਦੀਆਂ ਬੱਕਰਿਆਂ ਦੀਆਂ ਲਹੂਆਂ ਦੀਆਂ ਭੇਟਾਂ ਹੁੰਦੀਆਂ ਸੀ ਉਹਨਾਂ ਤੋਂ ਤੂੰ ਨਹੀਂ ਪ੍ਰਸੰਨ ਹੁੰਦਾ ਨਾ। ਉਹ ਕਹਿੰਦਾ ਤੂੰ ਮੇਰੇ ਵਾਸਤੇ ਇੱਕ ਜਿਸਮ ਮੈਨੂੰ ਤਿਆਰ ਕੀਤਾ, ਮੈਨੂੰ ਇਸ ਲਈ ਜਗਤ ਵਿੱਚ ਭੇਜਿਆ ਕਿ ਮੈਂ ਕੁਰਬਾਨੀ ਦੇਵਾਂ, ਇੱਕ ਜਿਸਮ ਤਿਆਰ ਕੀਤਾ ਨਾ। ਅੱਗੇ ਲਿਖਿਆ, ਹੋਮ ਬਲੀ ਤੇ ਪਾਪ ਬਲੀ ਤੋਂ ਤੂੰ ਪ੍ਰਸੰਨ ਨਹੀਂ ਹੁੰਦਾ। ਤਦ ਮੈਂ ਆਖਿਆ, ਵੇਖ ਮੈਂ ਆਇਆ ਹਾਂ ਹੇ ਪਰਮੇਸ਼ਵਰ ਕਿ ਤੇਰੀ ਇੱਛਾ ਨੂੰ ਪੂਰੀ ਕਰਾਂ। ਜਿਵੇਂ ਪੁਸਤਕਾਂ ਦੀ ਪੱਤਰੀ ਵਿੱਚ ਮੇਰੇ ਬਾਰੇ ਲਿਖਿਆ ਹੋਇਆ ਹੈ ਕਿ ਪਰਮੇਸ਼ਵਰ ਯਿਸੂ ਮਸੀਹ ਖੁਦ ਕਹਿੰਦਾ ਕਿ ਜਿੱਦਾਂ ਕਿ ਮੇਰੇ ਬਾਰੇ ਬਾਈਬਲ ਦੇ ਵਿੱਚ ਪ੍ਰੋਫੈਸੀਆਂ ਕੀਤੀਆਂ ਆ, ਯਹੋਵਾ ਪਰਮੇਸ਼ਵਰ ਨੇ ਖੁਦ ਕੀਤੀ ਆ, ਤਾਂ ਯਸ਼ਾਇਆ ਨਬੀ ਨੇ ਜਾਂ ਜਰਮੀਆ ਨੇ ਜਾਂ ਦਾਊਦ ਨੇ ਖੁਦ, ਕਾਫੀ ਪ੍ਰੋਫਿਟਸ ਨੇ ਪ੍ਰਭੂ ਯਿਸੂ ਮਸੀਹ ਬਾਰੇ ਪ੍ਰੋਫੈਸੀਆਂ ਕੀਤੀਆਂ, ਕਿਸ ਤਰ੍ਹਾਂ ਉਹ ਜਗਤ ਦੇ ਵਿੱਚ ਆਵੇਗਾ ਤੇ ਕਿਸ ਤਰ੍ਹਾਂ ਸ਼ੈਤਾਨ ਦਾ ਸਿਰ ਆਪਣੇ ਪੈਰਾਂ ਹੇਠਾਂ ਕੁਚਲੇਗਾ। ਤੇ ਉਹਦੇ ਬਾਰੇ ਅੱਗੇ ਆਪਾਂ ਡਿਕਲੇਅਰ ਕਰਦੇ ਹਾਂ। ਅੱਗੇ ਬਾਈਬਲ ਕੀ ਕਹਿੰਦੀ ਹੈ, 8ਵੇਂ ਤੇ ਲਿਖਿਆ, ਉੱਪਰੋਂ ਜੋ ਕਹਿੰਦਾ ਹੈ ਕਿ ਤੂੰ ਬਲੀਦਾਨਾਂ ਤੇ ਭੇਟਾਂ, ਹੋਮ ਬਲੀਆਂ ਤੇ ਪਾਪ ਬਲੀਆਂ ਨੂੰ ਨਾ ਚਾਹਿਆ, ਨਾ ਉਹਨਾਂ ਤੋਂ ਪ੍ਰਸੰਨ ਹੋਇਆ, ਪਰ ਇਹ ਸਰਾਂ ਦੇ ਅਨੁਸਾਰ ਚੜਾਏ ਜਾਂਦੇ ਹਨ। ਸਰਾਂ ਮਤਲਬ ਜੋ ਵਿਵਸਥਾ ਦੇ ਵਿੱਚ ਪਰਮੇਸ਼ਵਰ ਨੇ ਮੂਸਾ ਨੂੰ ਸਰਾਂ ਦੇ ਵਿੱਚ ਲਿਖਾਇਆ ਸੀਗਾ ਭੇਡਾਂ ਬੱਕਰਿਆਂ ਬਾਰੇ, ਹੈ ਨਾ, ਕਿਸ ਤਰ੍ਹਾਂ ਕਿ ਇੱਕ ਪਵਿੱਤਰ ਬਛੜਿਆਂ ਦੀ ਜਾਂ ਭੇਡ ਦੀ ਜਾਂ ਬੱਕਰਿਆਂ ਦੀ ਉਹ ਬਲੀਦਾਨ ਭੇਡ ਚੜਾ ਕੇ ਆਪਣੇ ਪਾਪਾਂ ਨੂੰ ਉਹਦੇ ਉੱਤੇ ਲੱਦਦੇ ਸੀ। ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਾਂਗਾ ਅੱਗੇ ਜਾ ਕੇ। ਤਦ ਆਪਾਂ 9 ਪੜ੍ਹਦੇ ਹਾਂ। ਤਦ ਉਹਨੇ ਆਖਿਆ, ਵੇਖ ਮੈਂ ਤੇਰੀ ਇੱਛਾ ਨੂੰ ਪੂਰੀ ਕਰਨ ਆਇਆ ਹਾਂ। ਉਹ ਪਹਿਲੇ ਨੂੰ ਹਟਾਉਂਦਾ ਹੈ ਤੇ ਦੂਈ ਨੂੰ ਕਾਇਮ ਕਰੇ। ਮਤਲਬ ਕਿ ਪ੍ਰਭੂ ਕਹਿੰਦਾ ਕਿ ਖੁਦ ਯਹੋਵਾ ਪਰਮੇਸ਼ਵਰ ਅੱਗੇ ਕਹਿੰਦਾ ਕਿ ਮੈਂ ਆਇਆ ਹਾਂ ਕਿ ਤੇਰੀ ਇੱਛਾ ਨੂੰ ਪੂਰੀ ਕਰਾਂ। ਪਹਿਲੀ ਜਿਹੜੀ ਸਰਾਂ ਦੇ ਵਿੱਚ ਕੁਰਬਾਨੀ ਚੱਲਦੀ ਸੀ, ਉਸ ਪਾਪ ਦੀਆਂ ਬਲੀਆਂ ਨੂੰ, ਹੋਮ ਦੀਆਂ ਬਲੀਆਂ ਨੂੰ ਹਟਾ ਕੇ ਕਿ ਦੂਜੀ ਨੂੰ ਮੈਂ ਕਾਇਮ ਕਰਾਂ। ਮਤਲਬ ਪ੍ਰਭੂ ਯਿਸੂ ਮਸੀਹ ਨੇ ਖੁਦ ਆਪਣੀ ਕੁਰਬਾਨੀ ਜੋ ਦਿੱਤੀ ਆ ਉਹਦੇ ਬਾਰੇ ਉਹ ਗੱਲ ਕਰਦੇ ਕਿ ਮੈਂ ਉਸ ਚੀਜ਼ ਨੂੰ ਕਾਇਮ ਕਰਾਂ। ਤੇ ਅੱਗੇ ਆਪਾਂ ਪੜ੍ਹਦੇ ਹਾਂ, ਅਤੇ 10 ਆਇਤ ਚ ਲਿਖਿਆ, ਅਤੇ ਉਸੇ ਇੱਛਾ ਕਰਕੇ ਅਸੀਂ ਯਿਸੂ ਮਸੀਹ ਦੀ ਦੇਹ ਦੇ ਇੱਕੋ ਵਾਰ ਚੜਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ। ਤੇ ਲਿਖਣ ਵਾਲਾ ਪੌਲਸ ਲਿਖਦਾ ਕਿ ਮਤਲਬ ਕਿ ਇਸ ਇੱਛਾ ਕਰਕੇ ਯਿਸੂ ਮਸੀਹ ਨੇ ਗੱਲ ਪੂਰੀ ਕੀਤੀ ਆ, ਕੁਰਬਾਨੀ ਦਿੱਤੀ ਆ। ਉਸ ਇੱਛਾ ਕਰਕੇ ਕਹਿੰਦਾ ਕਿ ਅਸੀਂ ਕੀ ਕੀਤਾ, ਅਸੀਂ ਮਸੀਹ ਦੀ ਦੇਹ ਦੇ ਇੱਕੋ ਵਾਰੀ ਚੜਾਏ ਜਾਣ ਕਰਕੇ ਕੀ ਹੋ ਗਿਆ, ਪਵਿੱਤਰ ਹੋ ਗਏ। ਤੇ ਅੱਗੇ ਆਪਾਂ ਇਸ ਚੀਜ਼ ਨੂੰ ਹੋਰ ਵੀ ਗਹਿਰਾਈ ਨਾਲ ਪੜ੍ਹਨ ਦੇ ਲਈ ਆਪਾਂ ਬਾਈਬਲ ਦੇ ਵਿੱਚੋਂ ਕੂਚ ਚੈਪਟਰ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ 29 ਅਧਿਆਇ 38 ਤੇ 39। ਕੂਚ ਚੈਪਟਰ 29 ਦੇ 38, 39 ਆਇਤ। ਤੇ ਥੋੜ੍ਹਾ ਜਿਹਾ ਡਿਕਲੇਅਰ ਕਰਦੇ ਚੰਗੀ ਤਰ੍ਹਾਂ ਜਿੱਥੇ ਲਿਖਿਆ ਹੋਇਆ ਹੈ। ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਗਿਆ ਕਿ ਪਹਿਲਾਂ ਕਿ ਪੁਰਾਣੇ ਟਾਈਮ ਦੇ ਵਿੱਚ ਜਾਨਵਰਾਂ ਦੀਆਂ ਵੀ ਬਲੀਆਂ ਪਰਮੇਸ਼ਵਰ ਅੱਗੇ ਚੜਾਈਆਂ ਜਾਂਦੀਆਂ ਸੀ। ਬਾਈਬਲ ਡਿਕਲੇਅਰ ਕਰਦੀ ਕਿ ਪਰਮੇਸ਼ਵਰ ਨੂੰ ਇਹਨਾਂ ਜਾਨਵਰਾਂ ਦੀਆਂ ਬਲੀਆਂ ਦੀ ਕੋਈ ਲੋੜ ਨਹੀਂ ਸੀ ਤੇ ਨਾ ਲਹੂ ਦੀ ਲੋੜ ਸੀ। ਪ੍ਰਭੂ ਜੋ ਚਾਹੁੰਦਾ ਸੀ ਉਹ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਕਿ ਸਾਬਿਤ ਕਰਦੇ ਹਾਂ ਕਿ ਬਾਈਬਲ ਦੇ ਵਿੱਚੋਂ ਕਿ ਪਰਮੇਸ਼ਵਰ ਕੀ ਚਾਹੁੰਦਾ। ਸੋ ਇੱਥੇ ਲਿਖਿਆ ਹੋਇਆ 29 ਦੇ ਆਇਤ ਦੀ 38 ਤੇ 39 ਆਇਤ ਦੇ ਵਿੱਚ ਆਪਾਂ ਪੜ੍ਹਦੇ ਹਾਂ, ਲਿਖਿਆ ਕਿ ਉਹ ਜਿਹੜਾ ਤੂੰ ਜਗਵੇਦੀ ਉੱਤੇ ਚੜਾਉਣਾ ਹੈ ਸੋ ਉਹ ਇਹ ਹੈ, ਜਿਹੜਾ ਤੂੰ ਜਗਵੇਦੀ ਉੱਤੇ ਚੜਾਉਣਾ ਸੋ ਇਹ ਹੈ, ਇੱਕ ਵਰੇ ਦੇ 2 ਲੇਲੇ ਨਿਤ ਸਦਾ ਲਈ। 39 ਆਇਤ ਚ ਲਿਖਿਆ, ਇੱਕ ਲੇਲੇ ਨੂੰ ਤੂੰ ਸਵੇਰੇ ਚੜਾਈ ਤੇ ਦੂਜੇ ਨੂੰ ਤੂੰ ਸ਼ਾਮੀ ਚੜਾਵੀਂ। ਸੋ ਬਾਈਬਲ ਦੇਖੋ ਕਿ 2 ਤਰ੍ਹਾਂ ਇੱਕ ਡਿਕਲੇਅਰ ਕਰਦੀ ਕਿ ਪਰਮੇਸ਼ਵਰ ਨੇ ਵਿਵਸਥਾ ਦੇ ਵਿੱਚ ਮੂਸਾ ਨੂੰ ਲਿਖਾਇਆ ਕਿ ਇੱਕ ਲੇਲਾ ਸਵੇਰੇ ਚੜਾਈ ਤੇ ਇੱਕ ਸ਼ਾਮ ਨੂੰ ਚੜਾਈ। ਰੋਜ਼ ਦੀ ਪ੍ਰਤੀ ਦਿਨ ਦੀ ਇਹ ਕੀ ਆ, ਪਰਮੇਸ਼ਵਰ ਨੇ ਇਹਨਾਂ ਨੂੰ ਇੱਕ ਆਗਿਆ ਦਿੱਤੀ।
ਬਾਈਬਲ ਡਿਕਲੇਅਰ ਕਰਦੀ ਕਿ ਉਹ ਮਤਲਬ ਪਾਪ ਦੇ ਲਈ, ਪਛਤਾਵ ਦੇ ਲਈ ਇਦਾਂ ਬਲੀਆਂ ਚੜਾਉਂਦੇ ਸੀਗੇ। ਦੇਖੋ ਕਿ ਯਿਸੂ ਮਸੀਹ ਖੁਦ ਕੁਰਬਾਨੀ ਬਣ ਕੇ ਆਇਆ ਕਿ ਉਹ ਬਲੀਆਂ ਨੂੰ ਖਤਮ ਕਰੇ। ਸੋ ਹੁਣ ਆਪਾਂ ਸੇਮ ਅੱਗੇ ਪੜ੍ਹਦੇ ਹਾਂ ਤੇ ਲੇਵੀ ਵਿਵਸਥਾ ਦੇ ਵਿੱਚੋਂ ਲੇਵੀਆਂ ਦੀ ਵਿਵਸਥਾ ਹਾਂ 9ਵੇਂ ਦੀ 2 ਆਇਤ, ਲੇਵੀ ਵਿਵਸਥਾ 9ਵੇਂ ਦੀ 2 ਆਇਤ। ਉੱਥੇ ਆਪਾਂ ਪੜ੍ਹਦੇ ਹਾਂ ਕਿ ਲਿਖਿਆ ਲੇਵੀ ਵਿਵਸਥਾ 9ਵੇਂ ਅਧਿਆਇ ਦੀ 2 ਆਇਤ ਦੇ ਵਿੱਚ ਲਿਖਿਆ, ਅਤੇ ਉਸ ਨੇ ਹਰੂਨ ਨੂੰ ਆਖਿਆ, ਪਾਪ ਦੀ ਭੇਟ ਦੇ ਲਈ ਤੂੰ ਇੱਕ ਬੱਚਾ ਤੇ ਹੋਮ ਦੀ ਭੇਟ ਦੇ ਲਈ ਇੱਕ ਛਤਰ ਬੱਚਾ, ਬੱਜ ਮਤਲਬ ਕਿ ਭੇਡੂ ਹਨਾ, ਜੋ ਬੱਜ ਤੋਂ ਰਹਿਤ ਲੈ ਕੇ ਉਹਨਾਂ ਨੂੰ ਯਹੋਵਾ ਦੇ ਅੱਗੇ ਚੜਾਵੀਂ। ਦੇਖੋ ਕੀ ਲਿਖਿਆ, ਬਾਣੀ ਦੱਸਦੀ ਹੈ ਕਿ ਜਾਣੀ ਕਿ ਪਾਪ ਦੀ ਬਲੀ ਦੇ ਲਈ ਲਿਖਿਆ ਕਿ ਤੂੰ ਇੱਕ ਬੱਚਾ ਚੜਾਵੀਂ ਹੈ ਨਾ, ਅਤੇ ਹੋਮ ਦੀ ਭੇਟ ਦੇ ਲਈ ਤੂੰ ਇੱਕ ਛਤਰ ਵਿੱਚ ਭੇਡੂ ਚੜਾਵੀਂ, ਜਾਣੀ ਕਿ ਬੱਜ ਤੋਂ ਰਹਿਤ ਮਤਲਬ ਬਿਲਕੁਲ ਪਵਿੱਤਰ ਹੋਣ। ਬੱਚਾ ਜਿੱਦਾਂ ਕਿ ਉਹ ਕਦੀ ਰੇੜੇ ਦੇ ਥੱਲੇ ਨਾ ਉਹਨੇ ਭਾਰ ਨਾ ਢੋਇਆ ਹੋਵੇ, ਤੇ ਉਹਨੇ ਨਾ ਕਦੀ ਕਿਸੇ ਵੀ ਮਤਲਬ ਕਿ ਆਪਣੀ ਜਿੱਦਾਂ ਇੱਕ ਮੇਲ ਫੀਮੇਲ ਹੁੰਦੇ ਨਾ ਇਹਨਾਂ ਲੇਡੀਜ਼ ਜੈਂਡਰਸ ਦੇ ਵਿੱਚ, ਕਦੇ ਉਹਨੇ ਕਿਸੇ ਮਤਲਬ ਆਪਣਾ ਰਿਲੇਸ਼ਨ 'ਚ ਨਾ ਆਵੇ, ਬੋਡੀ ਰਿਲੇਸ਼ਨ 'ਚ, ਤੇ ਪਾਪ ਉਹਦੇ ਕੋਈ ਜ਼ਖਮ ਨਾ ਹੋਵੇ ਮਤਲਬ ਸਰੀਰ ਦੇ ਉੱਤੇ। ਤੇ ਇਸ ਤਰ੍ਹਾਂ ਪਰਮੇਸ਼ਰ ਨੇ ਕਿਹਾ ਤੂੰ ਬੱਜ ਤੋਂ ਰਹਿਤ ਮੇਰੇ ਲਈ ਇੱਕ ਬਿਲਕੁਲ ਸ਼ੁੱਧ ਪਵਿੱਤਰਤਾ ਵਾਲੀ ਭੇਟਾ ਮੇਰੇ ਵਾਸਤੇ ਤੂੰ ਚੜਾਵੀਂ। ਸੋ ਅੱਗੇ ਆਪਾਂ ਦੇਖਦੇ ਕਿ ਪਰਮੇਸ਼ਵਰ ਆਪਣੀ ਪ੍ਰਕਾਸ਼ ਨੂੰ ਕਿੱਦਾਂ ਮਤਲਬ ਇਸ ਭੇਟਾ ਤੋਂ ਬਾਅਦ ਉਹਨਾਂ ਦੇ ਉੱਤੇ ਜ਼ਾਹਰ ਕਰਦਾ। ਤੇ ਆਪਾਂ ਪੜ੍ਹਦੇ ਹਾਂ ਸੇਮ 9ਵੇਂ ਅਧਿਆਇ ਦੀ 24 ਆਇਤ ਦੇ ਵਿੱਚ, ਜਿੱਥੇ ਲਿਖਿਆ, ਤੇ ਜਦੋਂ ਉਹ ਭੇਟਾ ਚੜਾ ਹਟੇ ਅਤੇ ਯਹੋਵਾ ਦੇ ਅੱਗੋਂ ਇੱਕ ਅੱਗ ਨੇ ਨਿਕਲ ਕੇ ਉਸ ਹੋਮ ਦੀ ਭੇਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ ਭਸਮ ਕਰ ਸੁੱਟਿਆ। ਜਾਂ ਸਾਰੇ ਲੋਕਾਂ ਨੇ ਦੇਖਿਆ ਤਾਂ ਹਾਹਾ ਮਾਰ ਕੇ ਉਹ ਮੂੰਹ ਭਰਨੇ ਡਿੱਗ ਪਏ। ਉਹ ਹੈਰਾਨ ਹੋ ਗਏ ਜਦੋਂ ਇੱਕ ਅੱਗ ਆਈ, ਜਦੋਂ ਉਹ ਮਤਲਬ ਪਵਿੱਤਰ ਬਲੀ ਜਿਹੜੀ ਉਹ ਚੜਾਉਣ ਲੱਗੇ ਸੀ, ਉਹ ਪੂਰਨ ਪਵਿੱਤਰ ਬਲੀ ਜਦੋਂ ਉਹ ਜਗਵੇਦੀ ਦੇ ਉੱਤੇ ਭਸਮ ਹੋ ਗਈ, ਪਰਮੇਸ਼ਵਰ ਵੱਲੋਂ ਇੱਕ ਆਕਾਸ਼ ਤੋਂ ਅੱਗ ਆਈ ਕਿ ਮੈਂ ਇਸ ਜੋ ਤੁਹਾਡੇ ਨਾਲ ਵਿਵਸਥਾ ਕਾਇਮ ਕੀਤੀ ਹੈ ਇਹਦੇ ਵਿੱਚ ਉਹਨੇ ਆਪਣਾ ਪ੍ਰੂਫ ਦਿੱਤਾ ਕਿ ਮੈਂ ਤੁਹਾਡੀ ਭੇਟਾ ਕਬੂਲ ਕਰ ਲਈ। ਸੋ ਆਪਾਂ ਦੇਖਦੇ ਹਾਂ ਕਿ ਉਹ ਲੋਕ ਮੂੰਹ ਭਰਨ ਡਿੱਗ ਪਏ। ਤੇ ਇੱਥੇ ਤੱਕ ਸੀਗਾ ਕਿ ਬਲੀ ਕੀ ਹੈ, ਪ੍ਰਭੂ ਯਿਸੂ ਮਸੀਹ ਨੇ ਆਪਣੀ ਬਲੀ ਸਾਡੇ ਵਾਸਤੇ ਇੱਕ ਕੁਰਬਾਨੀ ਦਾ ਲਹੂ ਬਣ ਕੇ, ਕਿਉਂਕਿ ਇਹ ਜਾਨਵਰਾਂ ਦਾ ਤੇ ਇੱਕ ਇਨਸਾਨ ਦਾ ਆਪਸੀ ਸੰਤੁਲਨ ਇਹ ਹੈ ਕਿ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਕਿ ਪਰਮੇਸ਼ਵਰ ਨੇ ਸਾਨੂੰ ਆਪਣੇ ਸਰਵਰੂਪ ਬਣਾਇਆ, ਜਿੱਦਾਂ ਦੇਖ ਕੇ ਹਰ ਇੱਕ ਇਨਸਾਨ ਆਪਣੇ ਮਾਂ-ਬਾਪ ਦੇ ਖੂਨ ਤੋਂ ਉਹਨਾਂ ਦਾ ਇੱਕ ਬਲੱਡ ਰਿਲੇਸ਼ਨ ਹੁੰਦਾ ਆ। ਜਿੱਦਾਂ ਆਪਾਂ ਕਹਿੰਦੇ ਕਿ DNA ਟੈਸਟ ਹੋ ਜਾਂਦਾ ਨਾ, ਮਾਂ-ਬਾਪ ਦਾ ਬੱਚਿਆਂ ਦੇ ਵਿੱਚ ਹੁੰਦਾ DNA। ਤੇ ਇਹ ਸੀਗਾ ਕਿ ਪਰਮੇਸ਼ਵਰ ਬਾਣੀ ਇਸ ਚੀਜ਼ ਨੂੰ ਜਾਨਵਰਾਂ ਨਾਲ ਇਸ ਕਰਕੇ ਹੀ ਰਲਾਉਂਦੀ ਹੈ ਕਿਉਂਕਿ ਸਾਡੇ ਇਨਸਾਨਾਂ ਦੇ ਅੰਦਰ ਉਹ ਜਾਨਵਰਾਂ ਵਾਲੀਆਂ ਆਦਤਾਂ, ਜਿੱਦਾਂ ਹਰ ਇੱਕ ਗਲਤ ਕੰਮ ਕਰਨਾ, ਮਾਂ-ਬਾਪ ਭੈਣ ਭਾਈ ਦਾ ਬਿਲਕੁਲ ਵੀ ਮਤਲਬ ਹੈ ਨਹੀਂ ਕਿ ਅਸੀਂ ਵਿਵਸਥਾ ਤੋਂ ਆਊਟ ਹੋ ਗਏ ਸੀ, ਸਾਡੇ ਅੰਦਰ ਪਾਪ ਆ ਗਿਆ, ਲੜਾਈਆਂ ਝਗੜੇ ਕ੍ਰੋਧ ਹਨਾ, ਆਪਣੀਆਂ ਕਾਮਨਾਵਾਂ ਲਈ ਦੂਜਿਆਂ ਦਾ ਕਤਲ ਕਰਨਾ, ਲੜਾਈ ਝਗੜੇ, ਬਹੁਤ ਸਾਰੀਆਂ ਕਾਮਨਾਵਾਂ ਬੁਰਾਈਆਂ ਸਾਡੇ ਵਿੱਚ ਜਾਨਵਰਾਂ ਦੀ ਤਰ੍ਹਾਂ ਵਾਸ ਕਰਨ ਲੱਗ ਪਈਆਂ ਸੀ। ਇਸ ਕਰਕੇ ਪਰਮੇਸ਼ਵਰ ਨੇ ਕੀ ਕੀਤਾ, ਉਹ ਜਾਨਵਰਾਂ ਵਾਲਾ ਸਾਡੇ ਵਿੱਚੋਂ ਖੂਨ ਕੱਢਣਾ ਚਾਹਿਆ। ਤੇ ਖੂਨ ਕਿੱਦਾਂ ਨਿਕਲਿਆ ਕਿ ਪ੍ਰਭੂ ਯਿਸੂ ਮਸੀਹ ਉਸ ਕਰੂਸ ਦੇ ਉੱਤੇ ਜਿੱਦਾਂ ਕਿ ਜਾਨਵਰਾਂ ਨਾਲ ਹੋਇਆ ਨਾ, ਇਸ ਤਰ੍ਹਾਂ ਪ੍ਰਭੂ ਨੇ ਸਾਡੇ ਅੰਦਰਲਾ ਸਾਡਾ ਜਾਨਵਰਾਂ ਵਾਲਾ ਖੂਨ ਕੱਢਣ ਦੇ ਲਈ ਉਸ ਕਰੂਸ ਦੀ ਤਾੜਨਾ ਨੂੰ ਝੱਲਿਆ। ਕਿ ਆਪਾਂ ਦੇਖਦੇ ਕਿ ਕਿੱਦਾਂ ਹੋਮ ਬਲੀਆਂ ਲਈ ਜਾਨਵਰ ਤਿਆਰ ਕੀਤੇ ਜਾਂਦੇ, ਪਰ ਇੱਕ ਇਨਸਾਨ ਹੀ ਕਿਉਂ ਦੁਬਾਰਾ ਕੁਰਬਾਨੀ ਲਈ, ਉਹ ਵੀ ਇੱਕ ਪਵਿੱਤਰ ਪੁਰਸ਼ ਕਿਉਂ? ਕਿਉਂਕਿ ਬਾਣੀ ਪਹਿਲੇ ਡਿਕਲੇਅਰ ਕਰ ਦਿੰਦੀ ਆ ਕਿ ਉਹ ਜਦੋਂ ਜਾਨਵਰ ਵੀ ਚੜਾਏ ਜਾਂਦੇ ਸੀ ਉਹ ਵੀ ਪਵਿੱਤਰਤਾ ਹੀ ਵਾਲੇ ਹੀ ਹੁੰਦੇ ਸੀ। ਸੋ ਆਪਾਂ ਇਸ ਤੋਂ ਬਾਅਦ ਮੈਂ ਗੱਲ ਕਰਨਾ ਚਾਹੁੰਦਾ ਕਿ ਯਿਸੂ ਮਸੀਹ ਦੀ ਕੁਰਬਾਨੀ ਹੋਣ ਤੋਂ ਬਾਅਦ ਸਾਡੇ ਨਾਲ ਸਾਡੇ ਜੀਵਨ ਦੇ ਵਿੱਚ ਕੀ ਬਦਲਾਅ ਹੋਣਾ ਚਾਹੁੰਦਾ। ਇਸ ਚੀਜ਼ ਤੋਂ ਬਾਅਦ ਮੈਂ ਲੇਵੀ ਵਿਵਸਥਾ ਅਧਿਆਇ 10 ਦੀ 7 ਆਇਤ ਪੜ੍ਹਦਾ ਹਾਂ। ਅੱਗੇ ਲਿਖਿਆ, ਅਤੇ ਤੁਸੀਂ ਮੰਡਲੀ ਦੇ ਡੇਰੇ ਦੇ ਬੂਹੇ ਤੋਂ ਬਾਹਰ ਨਾ ਨਿਕਲਣਾ, ਅਜਿਹਾ ਨਾ ਹੋਵੇ ਜੋ ਤੁਸੀਂ ਮਰ ਜਾਓ, ਕਿਉਂਕਿ ਯਹੋਵਾ ਦਾ ਮਸਹ ਕਰਨ ਦਾ ਤੇਲ ਤੁਹਾਡੇ ਉੱਤੇ ਹੈ। ਅਤੇ ਉਹਨਾਂ ਨੇ ਮੂਸਾ ਦੇ ਬਚਨ ਦੇ ਅਨੁਸਾਰ ਕੀਤਾ। ਮੂਸਾ ਨੇ ਉਹਨਾਂ ਨੂੰ ਕਿਹਾ ਕਿ ਜਾਣੀ ਕਿ ਪਰਮੇਸ਼ਰ ਯਹੋਵਾ ਦਾ ਜੋ ਜਿੱਦਾਂ ਕੁਰਬਾਨੀ ਹੋ ਗਈ ਆ, ਸਾਡੇ ਉੱਤੇ ਕਨਾਉਂਟਿੰਗ ਪਾਵਰ ਆ ਗਈ, ਜਿੱਦਾਂ ਕਿ ਜਾਜਕਾਂ ਦੇ ਉੱਤੇ ਸੀ ਹਨਾ ਆਉਂਦੀ ਸੀਗੀ, ਇਹਦੇ ਸਾਨੂੰ ਵੀ ਪ੍ਰਭੂ ਕਹਿੰਦਾ ਕਿ ਤੁਹਾਡੇ ਅੰਦਰ ਇੱਕ ਪਵਿੱਤਰਤਾ ਹੀ ਹੋ ਗਈ, ਹੁਣ ਤੁਸੀਂ ਇਸ ਪਵਿੱਤਰਤਾ ਤੋਂ ਆਊਟ ਨਾ ਹੋਇਓ, ਨਹੀਂ ਤਾਂ ਤੁਹਾਡੇ ਅੰਦਰ ਇੱਕ ਮੌਤ ਆ ਜਾਣੀ। ਇਹ ਜਿੱਦਾਂ ਕਿ ਇੱਕ ਆਪਾਂ ਆਤਮਿਕ ਗੱਲ ਕਰਦੇ, ਪਰ ਜੇ ਆਪਾਂ ਸਰੀਰਕ ਤੌਰ ਤੇ ਪ੍ਰੈਕਟੀਕਲੀ ਚੱਲੀਏ, ਆਪਾਂ ਜੇ ਇਸੇ ਅਧਿਆਇ ਨੂੰ 10ਵੇਂ ਅਧਿਆਇ ਦੀ ਆਪਾਂ ਲੇਵੀ ਵਿਵਸਥਾ 10ਵੇਂ ਅਧਿਆਇ ਦੀ 1 ਆਇਤ ਪੜ੍ਹਦੇ, ਉੱਥੇ ਲਿਖਿਆ ਕਿ ਹਰੂਨ ਦੇ ਪੁੱਤਰ ਨਦਾਬ, ਅਬੀਹੂ ਨੇ ਆਪੋ ਆਪਣੀ ਧੂਪਦਾਨੀ ਲੈ ਕੇ ਉਸ ਦੇ ਵਿੱਚ
ਅੱਗ ਧਰੀ ਅਤੇ ਉਸ ਦੇ ਉੱਤੇ ਧੂਪ ਪਾ ਕੇ ਯਹੋਵਾ ਦੇ ਅੱਗੇ ਓਪਰਾ ਧੂਪ ਦਿਖਾਇਆ, ਜਿਸ ਤੋਂ ਉਸਨੇ ਵਰਜਿਆ ਸੀ। ਮਤਲਬ ਉਹਨਾਂ ਨੇ ਓਪਰਾ ਧੂਪ ਦਿਖਾਇਆ, ਵਿਵਸਥਾ ਤੋੜੀ। ਜਦੋਂ ਅਸੀਂ ਵਿਵਸਥਾ ਤੋੜਦੇ ਹਾਂ ਕਿ ਫਿਰ ਉਹਨਾਂ ਨਾਲ ਕੀ ਹੋਇਆ, ਅਤੇ ਯਹੋਵਾ ਦੇ ਅੱਗੋਂ ਇੱਕ ਅੱਗ ਨਿਕਲ ਕੇ ਉਹਨਾਂ ਨੂੰ ਭਸਮ ਕਰ ਗਈ ਅਤੇ ਉਹ ਯਹੋਵਾ ਦੇ ਅੱਗੇ ਮਾਰ ਕੇ ਅੱਗੇ ਡਿੱਗ ਪਏ। ਦੇਖੋ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਮੌਤ ਦੇ ਦਿੱਤੀ। ਜਾਣੀ ਕਿ ਬਾਣੀ ਡਿਕਲੇਅਰ ਕਰਦੀ ਜਦੋਂ ਅਸੀਂ ਵਿਵਸਥਾ ਤੋੜਦੇ ਹਾਂ ਸਾਡੇ ਅੰਦਰ ਇੱਕ ਪਾਪ ਆ ਜਾਂਦਾ, ਪਰਮੇਸ਼ਵਰ ਸਾਡੇ ਤੋਂ ਗੁੱਸੇ ਹੋ ਜਾਂਦਾ। ਹੋਰ ਇਸ ਤੋਂ ਇਲਾਵਾ ਮੈਂ ਹੋਰ ਵੀ ਪੜ੍ਹਨਾ ਚਾਹੁੰਦਾ ਹਾਂ ਇਬਰਾਨੀਆਂ ਦੀ ਬੁੱਕ ਦੇ ਵਿੱਚੋਂ ਪੜ੍ਹੂੰਗਾ 10ਵੇਂ ਅਧਿਆਇ ਦੀ 19 ਆਇਤ। ਇਬਰਾਨੀਆਂ ਦੀ ਬੁੱਕ 'ਚੋਂ 10ਵੇਂ ਅਧਿਆਇ ਦੀ 19 ਆਇਤ ਪੜ੍ਹਦੇ ਆਪਾਂ ਸੇਮ। ਤੇ ਲਿਖਿਆ ਹੋਇਆ ਜਿੱਥੇ ਕਿ ਹੁਣ ਮੈਂ ਯਿਸੂ ਮਸੀਹ ਦੀ ਕੁਰਬਾਨੀ ਤੋਂ ਬਾਅਦ ਦੀਆਂ ਗੱਲਾਂ ਦੱਸਣਾ ਚਾਹੁੰਦਾ ਕਿ ਸਾਡਾ ਜੀਵਨ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ। ਯਿਸੂ ਮਸੀਹ ਸਾਨੂੰ ਆਪਣਾ ਲਹੂ ਦੇ ਨਾਲ ਸਾਨੂੰ ਛੁਟਕਾਰਾ ਦੇ ਗਿਆ। ਤੇ ਅੱਗੇ ਆਪਾਂ ਪੜ੍ਹਦੇ ਹਾਂ ਕਿ 19 ਆਇਤ ਦੇ ਵਿੱਚ ਲਿਖਿਆ, 10ਵੇਂ ਅਧਿਆਇ ਦੀ 19 ਆਇਤ 'ਚ ਲਿਖਿਆ, ਇਬਰਾਨੀਆਂ ਦੀ ਬੁੱਕ 10ਵੇਂ ਅਧਿਆਇ ਦੀ 19 'ਚ ਲਿਖਿਆ ਗਿਆ ਹੈ, ਉਪਰੰਤ ਇਹ ਭਰਾਵੋ, ਜਦੋਂ ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ, ਅਰਥਾਤ ਉਸਨੇ ਨਵੇਂ ਅਤੇ ਜਿਉਂਦੇ ਰਾਹ ਥੀ ਜਿਹੜਾ ਉਹਨੇ ਪੜਦੇ ਮਨੋਂ ਆਪਣੇ ਸਰੀਰ ਥਾਣੀ ਸਾਡੇ ਲਈ ਖੋਲਿਆ। ਅੱਗੇ ਲਿਖਿਆ 22 ਆਇਤ ਦੇ ਵਿੱਚ, ਤਾਂ ਆਓ ਅਸੀਂ ਸੱਚੇ ਦਿਲ ਅਤੇ ਪੂਰੀ ਨਿਸ਼ਚਾ ਨਾਲ, ਜਦੋਂ ਸਾਡੇ ਦਿਲ ਅਸ਼ੁੱਧ ਅੰਤਰਕਰਨ ਤੋਂ ਛਿੜਕਾਓ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹ ਸਾਫ਼ ਪਾਣੀ ਨਾਲ ਨਲਾਈ ਗਈ, ਪ੍ਰਭੂ ਦੇ ਨੇੜੇ ਜਾਈਏ। ਹਨਾ, ਪਾਣੀ ਸਾਨੂੰ ਕਹਿੰਦੀ ਕਿ ਅਸੀਂ ਮਤਲਬ ਪਰਮੇਸ਼ਵਰ ਨੇ ਸਾਨੂੰ ਅਸ਼ੁੱਧਤਾ ਤੋਂ ਨਲਾ ਕੇ ਪਾਣੀ ਦੇ ਨਾਲ, ਜਿੱਦਾਂ ਆਪਾਂ ਦੇਖਦੇ ਬਪਤਿਸਮਾ ਹੁੰਦਾ ਨਾ, ਪਾਣੀ ਸਾਨੂੰ ਦੱਸਦੀ ਹੈ ਕਿ ਜਦੋਂ ਪਰਮੇਸ਼ਵਰ ਨੇ ਸਾਨੂੰ ਆਪਣੇ ਲਹੂ ਦੇ ਨਾਲ ਪਾਪਾਂ ਤੋਂ ਅਸ਼ੁੱਧਤਾ ਤੋਂ ਸ਼ੁੱਧ ਕੀਤਾ ਤੇ ਆਪਾਂ ਨੂੰ ਸੱਚੇ ਦਿਲ ਨੇਕ ਤਰੀਕੇ ਨਾਲ ਚੱਲਣਾ ਚਾਹੀਦਾ। ਤੇ ਅੱਗੇ ਆਪਾਂ 26 ਆਇਤ ਪੜ੍ਹਦੇ ਇਸੇ ਅਧਿਆਇ ਦੀ, ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੇ ਜਾਣ ਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪ ਦੇ ਨਿਮਤ ਫੇਰ ਕੋਈ ਬਲੀਦਾਨ ਨਹੀਂ। ਅੱਗੇ ਲਿਖਿਆ 27 'ਚ, ਪਾਪ ਨਿਆਓ ਦੀ ਭਿਆਨਕ ਪਰ ਨਿਆਓ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨਾ ਬਾਕੀ ਹੈ, ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। 26 ਆਇਤ ਦੇ ਵਿੱਚ ਲਿਖਿਆ ਕਿ ਪੌਲਸ ਲਿਖਦਾ ਆਪਣੀ ਪੱਤਰੀ ਦੇ ਵਿੱਚ ਕਿ ਇਸ ਤੋਂ ਬਾਅਦ ਯਿਸੂ ਮਸੀਹ ਦੀ ਕੁਰਬਾਨੀ ਤੋਂ ਬਾਅਦ ਹੁਣ ਕੋਈ ਹੋਰ ਕੁਰਬਾਨੀ ਨਹੀਂ ਬਚੀ ਜਿਹੜੀ ਸਾਨੂੰ ਮਤਲਬ ਕਿ ਪਾਪਾਂ ਤੋਂ ਛੁਟਕਾਰਾ ਦੇਵੇ। ਕਿ ਜੇ ਅਸੀਂ ਜਾਣ ਬੁੱਝ ਕੇ ਵੀ ਸੱਚਾਈ ਨੂੰ ਜਾਣ ਕੇ ਵੀ ਅਸੀਂ ਪਾਪ ਕਰਦੇ, ਇਸ ਤੋਂ ਬਾਅਦ ਸਾਡੇ ਨਾਲ ਕੀ ਹੋਊਗਾ, ਕਹਿੰਦਾ ਨਿਆਂ ਦੀ, ਜਿਸ ਦਿਨ ਨਿਆਂ ਹੋਣਾ, ਇੱਕ ਭਿਆਨਕ ਅੱਗ ਜਿਹੜੀ ਵਿਰੋਧੀ ਜਿਹੜੇ ਪਾਪੀ ਲੋਕਾਂ ਦੇ ਲਈ ਹੈ ਬਣਾਈ ਗਈ ਆ, ਉਹਦੇ ਵਿੱਚ ਸਾਨੂੰ ਸੜਨਾ ਪੈਣਾ। ਸਾਨੂੰ ਬਾਣੀ ਡਿਕਲੇਅਰ ਕਰਦੀ ਕਿ ਜੇ ਅਸੀਂ ਦੁਬਾਰਾ ਯਿਸੂ ਮਸੀਹ ਦੀ ਕੁਰਬਾਨੀ ਨੂੰ ਤੁਛ ਜਾਣੀਏ ਤਾਂ ਪਰਮੇਸ਼ਵਰ ਸਾਨੂੰ ਕੀ ਕਰੂੰਗਾ, ਵਿਵਸਥਾ ਨੂੰ ਤੋੜੀ। ਜਿੱਦਾਂ ਪਹਿਲਾਂ ਹਰੂਨ ਦੇ 2 ਪੁੱਤਰਾਂ ਨਾਲ ਹੋਇਆ ਨਾ, ਲਿਖਿਆ ਕਿ ਉਹ ਦੋਨੇ ਮਰ ਗਏ ਜਦੋਂ ਉਹਨੀ ਵਿਵਸਥਾ ਤੋੜੀ। ਇਸੇ ਤਰ੍ਹਾਂ ਸਾਨੂੰ ਪਾਪ ਦੇ ਵਿੱਚ ਸੜਨਾ ਪਊਗਾ। ਤੇ ਆਪਾਂ ਉਸ ਤੋਂ ਬਾਅਦ ਮੈਂ ਪੜ੍ਹਨਾ ਚਾਹੁੰਦਾ ਅਫਸੀਸੀਆਂ ਦੀ ਬੁੱਕ 5ਵੇਂ ਅਧਿਆਇ ਦੀ 26 ਆਇਤ। ਅਫਸੀਸੀਆਂ ਦੀ ਬੁੱਕ 5ਵੇਂ ਅਧਿਆਇ ਦੀ 26 ਆਇਤ, ਜਿੱਥੇ ਲਿਖਿਆ ਹੋਇਆ ਹੈ ਕਿ ਉਸ ਨੂੰ ਜਲ ਦੇ ਇਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ। ਮਤਲਬ ਦੇਖੋ ਕਿ ਅਸੀਂ ਜਿੱਦਾਂ ਕਹਿੰਦੇ ਕਿ ਯਿਸੂ ਮਸੀਹ ਨੇ ਕਿਹਾ ਕਿ ਜਿੱਦਾਂ ਮੈਂ ਕਲੀਸਿਆ ਨਾਲ ਪਿਆਰ ਕੀਤਾ ਇੱਦਾਂ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਨਾ, ਉਹ ਚੀਜ਼ ਆ ਕਿ ਜਾਣੀ ਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਜਲ ਨਾਲ ਜਿੱਦਾਂ ਬਪਤਿਸਮਾ ਦੇ ਕੇ ਸਾਡਾ ਉਹ ਕੀ ਕਹਿੰਦੇ ਸੰਸਕਾਰ ਕਰਤਾ ਸੀ ਆਪਣੇ ਸਰੀਰ ਨੂੰ, ਉਸ ਪਾਪੀ ਆਦਮ ਨੂੰ ਉਸ ਪਾਣੀ ਦੇ ਵਿੱਚ ਜਦੋਂ ਅਸੀਂ ਥੱਲੇ ਦੱਬ ਹੋ ਜਾਂਦੇ ਨਾ ਤੇ ਅਸੀਂ ਆਪਣੇ ਉਸ ਸਰੀਰ ਨੂੰ ਛੱਡ ਦਿੰਦੇ ਆ ਥੱਲੇ, ਤੇ ਉੱਪਰ ਬਾਹਰ ਇੱਕ ਪਵਿੱਤਰ ਆਤਮਾ ਯਿਸੂ ਮਸੀਹ ਦੇ ਨਾਲ ਤੀਜੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਦੇ ਆ। ਤੇ ਬਾਣੀ ਸਾਨੂੰ ਕਹਿੰਦੀ ਹੈ ਕਿ ਅਸੀਂ ਉਸ ਹੁਣ ਬਾਣੀ ਇਹ ਸਾਨੂੰ ਪਾਣੀ ਸਾਨੂੰ ਬਾਹਰੀ ਜਾਣੀ ਕਿ ਮੈਲ ਤੋਂ ਨਹੀਂ ਪਰ ਅੰਦਰੂਨੀ ਮੈਲ ਤੋਂ ਧੋਂਦਾ, ਇਹ ਜੋ ਪਵਿੱਤਰ ਪਾਣੀ ਆ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪੜ੍ਹਦੇ ਹਾਂ ਪਹਿਲਾ ਪਤਰਸ 3 ਅਧਿਆਇ ਦੀ 21 ਆਇਤ। ਪਹਿਲਾ ਪਤਰਸ 3 ਅਧਿਆਇ ਦੀ 21 ਆਇਤ। ਹਾਂਜੀ, ਜਿੱਥੇ ਲਿਖਿਆ ਹੈ ਇਹ ਬਪਤਿਸਮੇ ਦਾ ਨਮੂਨਾ ਹੈ ਜੋ ਹੁਣ ਤੁਹਾਨੂੰ ਵੀ ਯਿਸੂ ਦੇ ਜੀ ਉੱਠਣ ਦੇ ਕਾਰਨ ਬਚਾਉਂਦਾ ਹੈ। ਇਹ ਸਰੀਰ ਦੀ ਮੈਲ ਲਾਉਣੀ ਨਹੀਂ ਪਰ ਸ਼ੁੱਧ ਅੰਤਰਕਰਨ ਨਾਲ ਪਰਮੇਸ਼ਵਰ ਨੂੰ ਭਾਲਣਾ ਹੈ। ਮਤਲਬ ਬਾਣੀ ਕਹਿੰਦੀ ਕਿ ਇਹ ਸਾਡੇ ਸਰੀਰ ਦੀ ਮੈਲ ਲਾਉਣਾ ਨਹੀਂ ਹੈਗਾ ਜੋ ਬਪਤਿਸਮਾ ਅਸੀਂ ਲੈਂਦੇ ਆ, ਇਹ ਸਾਡੇ ਮਤਲਬ ਕਿ ਸਰੀਰ ਦੀ ਜਿਹੜੀ ਹੈ ਨਾ ਸ਼ੁੱਧੀਕਰਨ ਕਰਦਾ, ਸਾਡੀ ਆਤਮਾ ਨੂੰ ਸ਼ੁੱਧ ਬਣਾਉਂਦਾ ਇਹ, ਨਾ ਕਿ ਸਾਡੇ ਸਰੀਰ ਨੂੰ। ਠੀਕ ਹੈ ਕਿ ਬਾਣੀ ਕਹਿੰਦੀ ਕਿ ਜੇ ਅਸੀਂ ਬਪਤਿਸਮਾ ਲੈ ਕੇ ਵੀ ਗਲਤ ਕੰਮ ਕਰਦੇ ਆ, ਅਪਵਿੱਤਰਤਾਈ ਅਸੀਂ 'ਚ ਰਹਿੰਦੇ ਆ ਨਾ, ਫਿਰ ਇਹਦੇ ਵਾਸਤੇ ਹੁਣ ਹੋਰ ਕੋਈ ਕੁਰਬਾਨੀ ਨਹੀਂ ਆ। ਤੇ ਉਸ ਤੋਂ ਬਾਅਦ ਮੈਂ ਪੜ੍ਹਨਾ ਚਾਹੁੰਦਾ ਹਾਂ
ਜਰਮੀਆਂ ਦੀ ਬੁੱਕ ਦੇ ਵਿੱਚੋਂ ਮੈਂ ਪੜਾਂਗਾ 36 ਅਧਿਆਇ ਦੀ 25-26। ਜਰਮੀਆਂ ਦੀ ਬੁੱਕ ਚੋਂ 36 ਅਧਿਆਇ ਦੀ 25 ਤੇ 26, ਜਿੱਥੇ ਲਿਖਿਆ ਕਿ ਬਪਤਿਸਮੇ ਬਾਰੇ ਹੀ ਆ ਕਿ ਤਦੋਂ ਤੁਹਾਡੇ ਉੱਤੇ ਨਿਰਮਲ ਜਲ ਛਿੜਕਾਂਗਾ ਅਤੇ ਤੁਸੀਂ ਸ਼ੁੱਧ ਹੋਵੋਗੇ, ਅਤੇ ਮੈਂ ਤੁਹਾਨੂੰ ਤੁਹਾਡੀਆਂ ਸਾਰੀਆਂ ਅਸ਼ੁੱਧਤਾਈਆਂ ਤੋਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਤੁਹਾਨੂੰ ਸ਼ੁੱਧ ਕਰਾਂਗਾ, ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ, ਅਤੇ ਤੁਹਾਡੇ ਅੰਦਰੋਂ ਪੱਥਰ ਦਾ ਦਿਲ ਕੱਢ ਕੇ ਮਾਂਸ ਦਾ ਦਿਲ ਦਿਆਂਗਾ, ਤੁਹਾਨੂੰ ਮਾਂਸ ਦਾ ਦਿਲ ਬਖਸ਼ਾਂਗਾ। ਪਰਮੇਸ਼ਵਰ ਕਹਿੰਦਾ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਦਿਆਂਗਾ ਤੇ ਤੁਹਾਨੂੰ ਆਪਣੀਆਂ ਵਿਧੀਆਂ ਤੇ ਉੱਤੇ ਚਲਾਵਾਂਗਾ, ਤੇ ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ। ਇਹ ਹੈ ਕਿ ਦੇਖੋ, ਯਿਸੂ ਮਸੀਹ ਨੇ ਜਦੋਂ ਸਾਡੀ ਇਹ ਸਾਰੀ ਵਿਵਸਥਾ ਨੂੰ ਪੂਰਾ ਕੀਤਾ, ਕਰੂਸ ਦੀ ਤਾੜਨਾ ਨੂੰ ਝੱਲ ਲਿਆ, ਇਹ ਪਰਮੇਸ਼ਵਰ ਨੇ ਉਹ ਚੀਜ਼ ਪ੍ਰੋਫੈਸੀ ਕੀਤੀ ਆ ਕਿ ਉਦੋਂ ਮੈਂ ਤੁਹਾਨੂੰ ਇੱਕ ਪਾਣੀ ਦਾ ਇਸ਼ਨਾਨ ਦਿਆਂਗਾ ਅਤੇ ਤੁਹਾਨੂੰ ਮੈਂ ਤੁਹਾਡੀਆਂ ਸਾਰੀਆਂ ਬਦੀਆਂ ਤੋਂ ਵਾਪਸ ਮੋੜ ਲਿਆਵਾਂਗਾ, ਮੈਂ ਤੁਹਾਨੂੰ ਪੱਥਰ ਦਾ ਦਿਲ ਕੱਢ ਕੇ ਤੁਹਾਨੂੰ ਮਾਂਸ ਦਾ ਦਿਲ ਦਿਆਂਗਾ ਨਾ। ਪਰਮੇਸ਼ਵਰ ਸਾਨੂੰ, ਯਿਸੂ ਮਸੀਹ ਨੇ ਸਾਨੂੰ ਕਰੂਸ ਦੀ ਤਾੜਨਾ ਨੂੰ ਝੱਲ ਕੇ ਸਾਨੂੰ ਉਸ ਆਦਮੀ ਵੰਸ਼ ਤੋਂ, ਜਾਣੀ ਕਿ ਪਾਪਾਂ ਤੋਂ ਬਚਾ ਲਿਆ। ਸੋ ਹੁਣ ਸਾਨੂੰ ਚਾਹੀਦਾ ਕਿ ਜਦੋਂ ਅਸੀਂ ਨਵੇਂ ਜੀਵਨ ਦੇ ਵਿੱਚ ਪ੍ਰਵੇਸ਼ ਕਰ ਗਏ ਹਾਂ, ਪਰਮੇਸ਼ਵਰ ਦੀ ਵਿਵਸਥਾ ਦੇ ਉੱਤੇ ਜੁਟੇ ਰਹੀਏ। ਸਾਨੂੰ ਚਾਹੀਦਾ ਕਿ ਅਸੀਂ ਆਪਣੇ ਅੰਦਰੋਂ ਹੁਣ ਅੱਗੇ ਲਿਖਿਆ, ਮੈਂ ਇੱਕ ਹੋਰ ਆਇਤ ਪੜ੍ਹਨਾ ਚਾਹੁੰਦਾ ਰੋਮੀਆਂ ਦੀ ਬੁੱਕ ਦੇ ਵਿੱਚੋਂ 2 ਅਧਿਆਇ ਦੀ 21 ਆਇਤ। ਅੱਗੇ ਲਿਖਿਆ ਕਿ ਅਥਵਾ 2 ਅਧਿਆਇ ਦੀ ਰੋਮੀਆਂ ਦੀ ਬੁੱਕ 2 ਅਧਿਆਇ ਦੀ 4 ਆਇਤ, ਅਥਵਾ ਤੂੰ ਉਹਦੀ ਕੁਰਬਾਨੀ, ਮਿਹਰਬਾਨੀ, ਖਿਮਾ, ਧੀਰਜ ਦੀ ਦੌਲਤ ਨੂੰ ਤੁੱਛ ਸਮਝਦਾ ਹੈ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ਵਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ। ਮਤਲਬ ਕਿ ਕਹਿੰਦਾ ਜੇ ਤੂੰ ਮਤਲਬ ਪਰਮੇਸ਼ਵਰ ਯਿਸੂ ਮਸੀਹ ਦੀ ਕੁਰਬਾਨੀ ਨੂੰ ਇਦਾਂ ਸੋਚਦਾ ਵੇ, ਉਹਨੇ ਮਿਹਰਬਾਨੀ, ਇਹਦੀ ਖਿਮਾ ਜੋ ਯਿਸੂ ਮਸੀਹ ਨੇ ਸਾਡੇ ਤੇ ਕੀਤੀ ਹੈ ਨਾ, ਉਹਦੀ ਧੀਰਜ, ਜਾਣੀ ਕਿ ਪਰਮੇਸ਼ਵਰ ਸਾਨੂੰ ਮਾਫ ਕਰਦਾ ਆ, ਧੀਰਜ ਦੀ ਦੌਲਤ ਮਤਲਬ ਉਹ ਜਾਣੀ ਸਾਡੇ ਤੇ ਦਇਆ ਕਰਦਾ, ਜਿਹੜੀ ਉਹਨੂੰ ਅਸੀਂ ਤੁੱਛ ਜਾਣੀਏ ਨਾ, ਤਾਂ ਕਹਿੰਦਾ ਅਸੀਂ ਫਿਰ ਵੀ ਪਾਪ ਦੇ ਭਾਗੀ ਬਣਦੇ ਹਾਂ। ਇਹ ਕਹਿੰਦਾ ਜੇ ਅਸੀਂ ਕੁਰਬਾਨੀ, ਸਾਨੂੰ ਯਿਸੂ ਮਸੀਹ ਦੀ ਕੁਰਬਾਨੀ ਕੀ ਕਰਦੀ ਆ, ਪਛਤਾਵੇ ਦੇ ਰਾਹ ਪਾਉਂਦੀ ਆ, ਕਿ ਅਸੀਂ ਆਪਣੇ ਆਪ 'ਚ ਪਛਤਾਈਏ। ਕਿਹਨਾਂ ਚੀਜ਼ਾਂ ਤੋਂ ਪਛਤਾਈਏ? ਮੈਂ ਪੜਾਂਗਾ ਅਫਸੀਸੀਆ ਅਧਿਆਇ 4 ਦੀ 31 ਆਇਤ। ਉੱਤੇ ਲਿਖਿਆ ਕਿ ਸਭ ਕੁੜੱਤਣ, ਕ੍ਰੋਧ, ਕੋਪ, ਰੋਲਾ ਅਤੇ ਦੁਰਵਚਨ, ਸਾਰੀ ਬੁਰਾਈ ਸਣੇ ਤੁਹਾਥੋਂ ਦੂਰ ਹੋਵੇ। ਮਤਲਬ ਕਿ ਸਾਡੇ ਤੋਂ ਇਹ ਚੀਜ਼ਾਂ ਦੂਰ ਹੋ ਜਾਣ। ਤੇ ਮੈਂ ਤੁਹਾਨੂੰ ਦੱਸਦਾ ਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਜਗਤ ਦੇ ਵਿੱਚ ਆ ਕੇ ਕੁਰਬਾਨੀ ਦਿੱਤੀ ਆ, ਤੇ ਉਹ ਪਰਮੇਸ਼ਵਰ ਦੀ ਵਿਵਸਥਾ ਸਾਨੂੰ ਦੱਸਦੀ ਕਿ ਪਹਿਲੀ ਵਿਵਸਥਾ ਦੇ ਵਿੱਚ ਕੀ ਹੁੰਦਾ ਸੀਗਾ, ਕਰੂਸ ਤੇ ਨਹੀਂ, ਪਰ ਕਿ ਭੇਡ ਬੱਕਰਿਆਂ ਦੀ ਬਲੀ ਚੜ੍ਹਦੀ ਸੀ। ਸੋ ਇੱਕ ਮੈਂ ਅੱਜ ਭਜਨ ਸੁਣਿਆ ਸੀਗਾ, ਉਸ ਤੋਂ ਮੈਨੂੰ ਇਹ ਬਚਨ ਯਾਦ ਆਇਆ ਕਿ ਮੈਂ ਬਚਨ ਕਰਾਂ, ਜਿਹੜਾ ਸੀਗਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੇਰੇ ਯਿਸੂ ਕੀ ਕੁਰਬਾਨੀ देती हमें है जिंदगानी, मेरे यीशु की कुर्बानी देती हमें है जिंदगानी। हो खुद जो खुदा का कलमा था, खुद जो खुदा का कलमा था, धारी शक्ल इंसानी, मेरे यीशु की कुर्बानी। लहू ही वसीला था गुनाहों से माफी का, लहू ही वसीला था गुनाहों से माफी का, भेड़ बकरों का लहू बलि को ना काफी था, भेड़ बकरों का लहू बलि को ना काफी था, देने को हमें जिंदगानी, यीशु को पड़ी जान लुटानी, देने को हमें जिंदगानी, यीशु को पड़ी जान लुटानी। हो खुद जो खुदा का कलमा था, खुद जो खुदा का कलमा था, धारी शक्ल इंसानी, मेरे यीशु की कुर्बानी देती हमें है जिंदगानी।
ਸੋ ਇਹ ਸੀ ਕਿ ਯਿਸੂ ਮਸੀਹ ਦੀ ਉਸ ਕਰੂਸ ਦੀ ਕੁਰਬਾਨੀ ਜੋ ਸਾਨੂੰ ਇੱਕ ਜ਼ਿੰਦਗਾਨੀ ਦਿੰਦੀ ਹੈ। ਸੱਚਮੁੱਚ ਪ੍ਰਭੂ ਯਿਸੂ ਮਸੀਹ ਨੇ ਸਾਡੀ ਹੀ ਖਾਤਰ ਉਸ ਕਰੂਸ ਦੇ ਉੱਤੇ ਲਹੂ ਬਹਾਇਆ ਕਿ ਉਹ ਸਾਨੂੰ ਇੱਕ ਨਵਾਂ ਜੀਵਨ ਦੇਵੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਬਾਈਬਲ ਦੇ ਅਕੋਰਡਿੰਗ ਜੋ ਪੁਰਾਣੇ ਨਿਯਮ ਦੇ ਵਿੱਚ ਮੂਸਾ ਨੂੰ ਵਿਵਸਥਾ ਦੇ ਵਿੱਚ ਪਰਮੇਸ਼ਵਰ ਨੇ ਕਿਸ ਤਰ੍ਹਾਂ ਪਾਪ ਦੀ ਹੋਮ ਬਲੀਆਂ ਲਈ ਮਤਲਬ ਕਿ ਜਾਨਵਰਾਂ ਨੂੰ, ਭੇਡ ਬੱਕਰਿਆਂ ਨੂੰ ਕੁਰਬਾਨ ਕੀਤਾ ਜਾਂਦਾ ਸੀ, ਪਰ ਪ੍ਰਭੂ ਬਾਣੀ ਦੱਸਦੀ ਹੈ ਕਿ ਪ੍ਰਭੂ ਬਲੀਆਂ ਨਹੀਂ ਚਾਹੁੰਦਾ ਸੀਗਾ, ਉਹ ਸਾਡੇ ਅੰਦਰੋਂ ਉਹਨਾਂ ਜਾਨਵਰੀ ਲਹੂ ਨੂੰ ਬਾਹਰ ਕੱਢਣਾ ਚਾਹੁੰਦਾ ਸੀਗਾ। ਯਿਸੂ ਮਸੀਹ ਨੇ ਉਸ ਕਰੂਸ ਦੇ ਉੱਤੇ ਤਾੜਨਾ ਨੂੰ ਝੱਲ ਕੇ ਸਾਡੀ ਖਾਤਰ ਸਾਰਾ ਲਹੂ ਬਾਹਰ ਕੱਢ ਦਿੱਤਾ, ਤੇ ਉਹ ਪ੍ਰਭੂ ਦੇ ਚੈਸਟ ਦੇ ਵਿੱਚ ਇੱਕ ਲਹੂ ਵੀ ਦੇ ਨਾਲ ਨਾਲ ਪਾਣੀ ਵੀ ਨਿਕਲਦਾ। ਪ੍ਰਭੂ ਇੱਕ ਸਾਬਿਤ ਕਰਦਾ ਕਿ ਹੁਣ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੁਸੀਂ ਨਵੇਂ ਬਣ ਜਾਓ। ਪਾਣੀ ਦੇ ਵਿੱਚ ਬਪਤਿਸਮਾ ਲੈ ਕੇ ਆਪਣੇ ਆਪ ਨੂੰ, ਜਿਸ ਤਰ੍ਹਾਂ ਮੈਂ ਮਰਿਆ ਕਰੂਸ ਦੇ ਉੱਤੇ ਜਾ ਕੇ ਆਕਾਸ਼ ਦੇ ਉੱਤੇ ਉੱਚਾ ਕੀਤਾ ਗਿਆ, ਤੇ ਉਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪੁਰਾਣੇ ਜੀਵਨ ਦੇ ਵਿੱਚ ਸੰਸਾਰ ਦੀਆਂ ਕਾਮਨਾਵਾਂ ਦੇ ਵਿੱਚ ਮਾਰ ਕੇ ਇੱਕ ਪਵਿੱਤਰ ਇਸ਼ਨਾਨ ਕਰਕੇ ਸਾਰੀਆਂ ਕਾਮਨਾਵਾਂ ਤੋਂ ਤੌਬਾ ਕਰਕੇ ਪ੍ਰਭੂ ਯਿਸੂ ਮਸੀਹ ਦਾ ਕਰੂਸ ਚੱਕ ਕੇ ਉਹਦੇ ਮਗਰ ਮਗਰ ਚੱਲੋ। ਤੇ ਬਾਣੀ ਸਾਨੂੰ ਇਹੀ ਕਹਿੰਦੀ ਹੈ ਕਿ ਅਸੀਂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰੀਏ, ਕਿਉਂਕਿ ਬਾਣੀ 'ਚ ਲਿਖਿਆ ਗਿਆ ਕਿ ਪਰਮੇਸ਼ਵਰ ਨੇ ਜਗਤ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਹਰੇਕ ਜਿਹੜਾ ਉਸਦੇ ਉੱਤੇ ਵਿਸ਼ਵਾਸ ਕਰੇ ਅਨੰਤ ਜੀਵਨ ਪਾਵੇ, ਮੌਤ ਤੋਂ ਬਚ ਜਾਵੇ, ਮੌਤ ਤੋਂ ਛੁਟਕਾਰਾ ਪਾ ਲਵੇ। ਸੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਰਾਹ ਤੇ ਸੱਚਾਈ ਮੈਂ ਆ ਤੇ ਭੇਡਾਂ ਦਾ ਬੂਹਾ ਮੈਂ ਆ। ਯਿਸੂ ਮਸੀਹ ਨੇ ਕਿਹਾ ਜਗਤ ਦੀ ਜੋਤੀ ਮੈਂ ਆ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਖੁਦ ਨੂੰ ਵੀ ਇਹ ਗੱਲ ਕਹੀ ਕਿ ਤੁਸੀਂ ਜਗਤ ਦਾ ਚਾਨਣ ਹੋ। ਯਿਸੂ ਮਸੀਹ ਨੇ ਸਾਨੂੰ ਕਿਹਾ ਕਿ ਤੁਸੀਂ ਜਗਤ ਸੰਸਾਰ ਲਈ ਇੱਕ ਲੂਣ ਦੀ ਤਰ੍ਹਾਂ ਹੋ। ਇਸ ਤਰ੍ਹਾਂ ਜੇ ਲੂਣ ਬੇਸਵਾਦਾ ਹੋ ਗਿਆ ਤਾਂ ਉਹਨੂੰ ਅਸੀਂ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ, ਤੇ ਉਹ ਸਿਰਫ ਇੱਕੋ ਚੀਜ਼ ਦੇ ਰਹਿ ਗਿਆ ਕਿ ਉਹ ਪੈਰਾਂ ਦੇ ਥੱਲੇ ਆਵੇ, ਮਿੱਧਿਆ ਜਾਵੇ। ਉਹ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਬਹੁਤ ਹੀ ਵੱਡਾ ਇੱਕ ਅਨੰਤ ਜੀਵਨ ਕਾਲ ਦਿੱਤਾ। ਸਾਨੂੰ ਚਾਹੀਦਾ ਕਿ ਪ੍ਰਭੂ ਯਿਸੂ ਮਸੀਹ ਦੇ ਵਿੱਚ ਅਸੀਂ ਜੁਟੇ ਰਹੀਏ ਤੇ ਪਰਮੇਸ਼ਵਰ ਦੀਆਂ ਗੱਲਾਂ ਨੂੰ ਸਮਝ ਕੇ ਗਿਆਨ ਨੂੰ ਲੱਭਦੇ ਆਪਾਂ ਪ੍ਰਭੂ ਦੇ ਧਰਮ ਦੇ ਪਿੱਛੇ ਚੱਲੀਏ, ਧਰਮ ਦੇ ਖੋਜੀ ਬਣੀਏ। ਯਹੋਵਾ ਪਰਮੇਸ਼ਵਰ ਨੇ ਕਿਹਾ, ਬਾਣੀ ਦੇ ਵਿੱਚ ਲਿਖਿਆ ਜਰਮੀਆ ਦੀ ਬੁੱਕ ਦੇ ਵਿੱਚ, ਜਦੋਂ ਜਰਮੀਆ ਨੇ ਰਾਜਾ ਸਿਦਕੀਆ ਨੂੰ ਕਿਹਾ ਸੀਗਾ ਕਿ ਤੂੰ ਆਪਣਾ ਮਨ ਫਿਰਾ, ਨਹੀਂ ਤਾਂ ਤੈਨੂੰ ਉਹ ਰਾਜਾ ਆ ਰਿਹਾ ਨਬੂਕਦਨਸਰ ਉਸਨੂੰ ਬੰਦੀ ਬਣਾ ਕੇ ਲੈ ਗਿਆ ਸੀ। ਪਰ ਫਿਰ ਵੀ ਉਹਨੇ ਇੱਕ ਵਚਨ ਦਿੱਤਾ ਸੀਗਾ ਕਿ ਜਦੋਂ ਤੁਸੀਂ ਪੂਰੇ ਮਨ ਦੇ ਨਾਲ ਅਤੇ ਦਿਲ ਦੇ ਨਾਲ ਤੌਬਾ ਕਰੋਗੇ, ਪ੍ਰਭੂ ਯਹੋਵਾ ਨੂੰ ਲੱਭੋਗੇ, ਉਹ ਪਰਮੇਸ਼ਵਰ ਤੁਹਾਨੂੰ ਫਿਰ ਉੱਥੋਂ ਕੱਢ ਲਿਆਵੇਗਾ। ਮੈਂ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਪਾਪ ਦੇ ਵਿੱਚ ਫਸੇ ਹਾਂ, ਪਰਮੇਸ਼ਵਰ ਦੇ ਅੱਗੇ ਅਸੀਂ ਆਪਣੇ ਤਹਿ ਦਿਲੋਂ, ਸੱਚੇ ਦਿਲੋਂ, ਪੂਰੀ ਇਮਾਨਦਾਰੀ ਦੇ ਨਾਲ ਉਹਦੇ ਅੱਗੇ ਅਸੀਂ ਨੀਵੇਂ ਹੁੰਦੇ ਹਾਂ, ਘੁਟਨੇ ਟੇਕਦੇ ਹਾਂ, ਆਪਣੇ ਆਪ ਨੂੰ ਸਰੈਂਡਰ ਕਰਦੇ ਕਿ ਪ੍ਰਭੂ ਤੂੰ ਹੀ ਮੈਨੂੰ ਬਚਾ, ਮੈਨੂੰ ਮੇਰੇ ਪਾਪਾਂ ਤੋਂ ਛੁਟਕਾਰਾ ਦੇ। ਪਰਮੇਸ਼ਵਰ ਸਾਨੂੰ ਫਿਰ ਤੋਂ ਦੁਬਾਰਾ ਉਸ ਗੁਲਾਮੀ ਤੋਂ ਛੁਡਾਉਣ ਦਾ ਸਾਮਰਥ ਰੱਖਦਾ। ਸੋ ਸਾਰਿਆਂ ਨੂੰ ਜੈ ਮਸੀਹ ਦੀ, ਪ੍ਰੇਜ਼ ਦਾ ਲਾਰਡ। ਪ੍ਰਭੂ ਦੇ ਵਿੱਚ ਵਾਧੇ ਫੁੱਲਦੇ ਜਾਓ। ਗੋਡ ਬਲੈਸ ਯੂ ਆਲ।